सियासत वपार खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश की नंबर 1 न्यूज़ ऐप दैनिक सवेरा टाइम्स। ਫਰੀਦਕੋਟ ਰਿਆਸਤ ਦੀ ਸੰਪਤੀ ਦਾ ਮਸਲਾ ਪਿਛਲੇ 28 ਸਾਲ ਤੋਂ ਲਗਾਤਾਰ ਕੋਰਟਾਂ ਦੇ ਵਿੱਚ ਚੱਲ ਰਿਹਾ ਤੇ ਹੁਣ ਹਾਈ ਕੋਰਟ ਦੇ ਵਿੱਚ ਇਸ ਮਸਲੇ ਦੇ ਵਿੱਚ ਫੈਸਲਾ ਆ ਚੁੱਕਿਆ। ਰਾਜਕੁਮਾਰੀ ਅੰਮ੍ਰਿਤ ਕੌਰ ਦੇ ਹੱਕ ਦੇ ਵਿੱਚ ਇਹ ਫੈਸਲਾ ਆਇਆ ਤੇ ਸਾਡੇ ਨਾਲ ਉਹਨਾਂ ਦੇ ਐਡਵੋਕੇਟ MS ਖਹਿਰਾ ਸਾਹਿਬ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਤੇ ਪੂਰਾ ਮਸਲਾ ਸਮਝਦੇ ਹਾਂ ਕਿ ਇਹ ਮਸਲੇ ਦੀ ਸ਼ੁਰੂਆਤ ਕਿਵੇਂ ਹੋਈ ਸੀ ਤੇ ਇਸ ਮਸਲੇ ਦੇ ਵਿੱਚ ਹੁਣ ਫੈਸਲਾ ਹਾਈ ਕੋਰਟ ਦੇ ਵਿੱਚ ਕੀ ਆਇਆ। ਸਰ, ਸਭ ਤੋਂ ਪਹਿਲਾਂ ਦੈਨਿਕ ਸਵੇਰਾ ਤੁਹਾਡਾ ਸਵਾਗਤ। ਇਹ ਮਸਲਾ ਕੁਝ ਐਮਪਲੋਈਜ਼ ਸੀ ਜਿਹੜੇ ਰਾਜਾ ਹਰਿੰਦਰ ਸਿੰਘ ਦੇ, ਉਹਨਾਂ ਨੇ ਰਾਜਾ ਸਾਹਿਬ ਦੀ ਸੈਕੰਡ ਡਾਟਰ ਦਪਿੰਦਰ ਕੌਰ ਨਾਲ ਕੌਨਸਪੀਰੇਸੀ ਕਰਕੇ ਵਿਲ ਫੋਰਜ ਕੀਤੀ ਸੀ ਔਰ ਉਹ ਫੋਰਜ ਵਿਲ ਦੇ ਸਿਰ ਤੇ ਇੱਕਦਮ ਕਬਜ਼ੇ ਲੈ ਕੇ ਪ੍ਰਾਪਰਟੀਜ਼ ਨੂੰ ਟਰਸਟ ਦੇ ਨਾਂ ਚੜਾ ਕੇ ਜਿਹੜਾ ਫੋਰਜ ਵਿਲ ਨਾਲ ਬਣਾਇਆ ਸੀ ਇਸਤੇਮਾਲ ਕਰਨ ਲੱਗੇ ਤੇ ਕਰੋੜਾਂ ਰੁਪਇਆ ਉਹਨਾਂ ਨੇ ਇਸ ਤਰ੍ਹਾਂ ਵਰਤਿਆ। 1992 ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਦਾਅਵਾ ਕੀਤਾ ਕਿ ਇਹ ਵਿਲ ਠੀਕ ਨਹੀਂ ਹੈ ਤੇ ਪ੍ਰਾਪਰਟੀ ਦੀ ਮੈਂ ਹੱਕਦਾਰ ਹਾਂ। ਰਾਜਾ ਆਫ ਫਰੀਦਕੋਟ ਐਸਟੇਟ ਐਕਟ ਦੇ ਤਹਿਤ ਜਿਹੜਾ ਸਨ 48 ਵਿੱਚ 18 ਅਗਸਤ 48 ਨੂੰ ਰਾਜਾ ਸਾਹਿਬ ਨੇ ਪ੍ਰੋਮਲਗੇਟ ਕੀਤਾ ਸੀ। ਇਹ ਕੇਸ ਬੜੀ ਦੇਰ ਚੱਲਦਾ ਰਿਹਾ। ਇਹਦੇ 'ਚ ਕੋਰਟ ਫੀ ਦਾ ਝਗੜਾ ਪਾਉਂਦੇ ਰਹੇ, ਕਰੋੜਾਂ ਰੁਪਇਆ ਕੋਰਟ ਫੀ ਲਾਓ। ਤੇ ਇਹ ਮੇਰੇ ਕੋਲ ਕੇਸ 10 ਸਾਲ ਪਹਿਲਾਂ ਆਇਆ। ਜਦ ਮੈਨੂੰ ਇੰਗੇਜ ਕੀਤਾ ਉਹਨਾਂ ਨੇ, ਅਸੀਂ ਕੋਰਟ ਫੀਸ ਦਾ ਮਸਲਾ ਹੱਲ ਕਰ ਦਿੱਤਾ ਤੇ ਕੋਰਟ ਨੇ ਹੋਲਡ ਕਰਤਾ। 15 ਲੱਖ ਔਡ ਕੋਰਟ ਫੀ ਡਿਟਰਮਿਨ ਹੋਈ, ਉਹ ਅਸੀਂ ਭਰਤੀ। ਉਸ ਤੋਂ ਬਾਅਦ ਟਰਾਇਲ ਚੱਲੀ, ਐਵੀਡੈਂਸ ਤੇ ਬੜੇ ਹਾਈ ਕੋਰਟ ਆਉਂਦੇ ਥੱਲੇ ਜਾਂਦੇ, ਡਿਵੀਜ਼ਨਾਂ ਹੁੰਦੀਆਂ ਰਹੀਆਂ ਤੇ 2013 'ਚ ਸਬਆਰਡੀਨੇਟ ਜੱਜ ਨੇ ਚੰਡੀਗੜ੍ਹ ਦੇ ਨੇ ਫੈਸਲਾ ਕਰ ਦਿੱਤਾ ਕਿ ਵਿਲ ਫੋਰਜਡ ਹੈ। ਜਿਹੜਾ ਟਰਸਟ ਹੈ ਉਹ ਨਾਨ ਐਸਟ ਹੈ, ਉਹ ਐਗਜ਼ਿਸਟ ਹੀ ਨਹੀਂ ਕਰਦਾ ਕਿਉਂਕਿ ਫੋਰਜਡ ਵਿਲ ਦੇ ਸਿਰ ਤੇ ਕਿਵੇਂ ਬਣ ਗਿਆ। ਉਹਨਾਂ ਨੇ ਉਹਦੀ ਅਪੀਲ ਕੀਤੀ, ਅਪੀਲ ਉਹਨਾਂ ਦੀ ਖਾਰਿਜ ਹੋਈ। ਉਹ ਹਾਈ ਕੋਰਟ ਆਏ, ਹਾਈ ਕੋਰਟ 'ਚ ਅਪੀਲ ਕੀਤੀ। ਹਾਈ ਕੋਰਟ 'ਚ ਕੰਵਰ ਮਨਜੀਤ ਇੰਦਰ ਸਿੰਘ ਦੇ ਵਾਰਸਾਂ ਨੇ ਵੀ ਅਪੀਲ ਕੀਤੀ, ਉਹਨਾਂ ਨੇ ਵੀ ਦਾਅਵਾ ਕੀਤਾ ਸੀ। ਉਹ ਅਪੀਲ ਦਾ ਹੁਣ ਫੈਸਲਾ ਹੋ ਕੇ ਹੋਲਡ ਹੋ ਗਿਆ ਕਿ ਵਿਲ ਜਿਹੜੀ ਹੈ ਉਹ ਫੋਰਜਡ ਡਾਕੂਮੈਂਟ ਹੈ ਔਰ ਇਹਦਾ ਮਤਲਬ ਇਹ ਹੈ ਕਿ ਇੱਕ ਕ੍ਰਾਈਮ ਕਰਕੇ, ਕ੍ਰਾਈਮ ਦੇ ਸਿਰ ਤੇ 28 ਸਾਲ ਰਾਜਾ ਸਾਹਿਬ ਦੀ ਜਾਇਦਾਦ ਦਾ, ਕਰੋੜਾਂ ਰੁਪਏ ਦੀ ਜਾਇਦਾਦ ਨੂੰ ਇਹ ਕੁਛ ਤਾਂ ਉਹਨਾਂ ਨੇ ਵੇਚ ਹੀ ਦਿੱਤੀ, ਬਾਕੀ ਉਹਦੀ ਆਮਦਨ ਇਹ ਗਵਰਨ ਕਰਦੇ ਰਹੇ। ਹੁਣ ਅਦਾਲਤ ਨੇ ਕਹਿਤਾ ਹੈ ਕਿ ਹਿੰਦੂ ਸਕਸੈਸ਼ਨ ਐਕਟ ਦੇ ਹਿਸਾਬ ਨਾਲ ਜੋ ਵੀ ਵਾਰਸ ਨੇ ਉਹਨਾਂ ਨੂੰ ਜਾਇਦਾਦ ਜਾਏਗੀ। ਉਸ ਤੇ ਅੱਗੇ ਕੀ ਕਾਰਵਾਈ ਹੁੰਦੀ ਆ ਉਹ ਸਟੱਡੀ ਕਰ ਰਹੇ ਹਾਂ, ਜੱਜਮੈਂਟ ਨੂੰ ਦੇਖਾਂਗੇ। ਮਹਾਰਾਜਾ ਸਾਹਿਬ ਦੀਆਂ 3 ਧੀਆਂ ਸਨ, ਇਹ ਤਿੰਨਾਂ ਦੇ ਵਿੱਚ ਡਿਵਾਈਡੇਸ਼ਨ ਹੋਏਗੀ ਜਾਂ ਕੀ? ਰਾਜਾ ਸਾਹਿਬ ਸੀ, ਉਹ ਰਾਜਾ ਸਾਹਿਬ ਦੀਆਂ 3 ਧੀਆਂ ਸੀ। ਇੱਕ ਧੀ ਦੀ ਤਾਂ ਸ਼ੁਰੂ 'ਚ ਹੀ ਮੁਕੱਦਮੇ 'ਚ ਡੈਥ ਹੋ ਗਈ, ਸਭ ਤੋਂ ਛੋਟੀ ਦੀ, ਤੇ ਨੰਬਰ 2 ਧੀ ਜਿਹੜੀ ਟਰਸਟ ਵਾਲਿਆਂ ਨਾਲ ਕਨਾਈਵ ਕਰ ਰਹੀ ਸੀ, ਇਸ ਫੋਰਜਰੀ 'ਚ ਪਾਰਟਨਰ ਸੀ, ਉਹਦੀ ਡੈਥ ਵੀ ਹੋ ਚੁੱਕੀ ਹੈ। ਉਹਦੇ ਅੱਗੋਂ ਇੱਕ ਲੜਕਾ ਲੜਕੀ ਨੇ ਜਿਹੜੇ ਪਾਰਟੀ ਬਣੇ ਨੇ ਕੇਸ 'ਚ, ਤੇ ਜਿਹੜੀ ਛੋਟੀ ਸੀ ਉਹਦਾ ਵਿਆਹ ਨਹੀਂ ਸੀ ਹੋਇਆ, ਉਹਦੀ ਕੋਈ ਔਲਾਦ ਨਹੀਂ ਸੀ, ਉਹਨੂੰ ਇਨਹੈਰਿਟ ਦੋਨਾਂ ਭੈਣਾਂ ਨੇ ਕੀਤਾ ਸੀ। ਤੇ ਇਹਦਾ ਮਤਲਬ ਕਿ 2 ਭੈਣਾਂ ਦੇ ਵਿੱਚ, 2 ਰਾਜਕੁਮਾਰੀਆਂ ਦੇ ਵਿੱਚ ਡਿਵਾਈਡੇਸ਼ਨ ਹੋਣੀ ਹੈ। ਦੂਸਰੀ ਰਾਜਕੁਮਾਰੀ ਦੇ ਜੋ ਵਾਰਿਸ ਸਨ ਉਹਨਾਂ ਨਾਲ ਹੋਣੀ ਹੈ। ਤੇ ਇੱਕ ਰਾਜਾ ਸਾਹਿਬ ਦੀ ਮਦਰ ਜ਼ਿੰਦਾ ਸੀ ਜਦ ਰਾਜਾ ਸਾਹਿਬ ਦੀ ਡੈਥ ਹੋਈ, ਕੋਰਟ ਨੇ ਕਿਹਾ ਉਹ ਵੀ ਵਾਰਿਸ ਹੈ, ਮਗਰ ਉਹਦੇ ਚੋਂ ਕਿਸੇ ਨੇ ਐਜ਼ ਵਾਰਸ ਕਲੇਮ ਨਹੀਂ ਸੀ ਕੀਤਾ, ਐਜ਼ ਵਿਲ ਤੋਂ ਕਲੇਮ ਨਹੀਂ ਸੀ ਕੀਤਾ।
ਮਗਰ ਐਵੀਡੈਂਸ 'ਚ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਦੇ ਕ੍ਰਾਸ ਐਗਜ਼ਾਮੀਨੇਸ਼ਨ 'ਚ ਪੁੱਟ ਕੀਤਾ ਸੀ। ਉਸ 'ਤੇ ਕੋਰਟ ਨੇ ਆਬਜ਼ਰਵੇਸ਼ਨ ਦਿੱਤੀ ਆ, ਉਹ ਅਸੀਂ ਸਟੱਡੀ ਕਰ ਰਹੇ ਹਾਂ ਕਿ ਉਹਦਾ ਕੀ ਵੈਲਿਊ ਹੈ, ਕਿੰਨੀ ਕੁ ਵੈਲਿਡ ਹੈ, ਉਹ ਸਟੱਡੀ ਕਰਕੇ ਦੇਖਾਂਗੇ। ਜੋ ਪ੍ਰਾਪਰਟੀਆਂ ਵੇਚੀਆਂ ਗਈਆਂ ਇਸ ਸਮੇਂ ਦੇ ਵਿੱਚ ਉਹਨਾਂ ਪ੍ਰਾਪਰਟੀਆਂ ਦੀ ਰਿਕਵਰੀ ਕਿਸ ਤਰੀਕੇ, ਕਿਉਂਕਿ ਬਹੁਤ ਸਾਰਾ ਪੈਸਾ ਉਹ ਤਾਂ ਕਮਾ ਲਿਆ ਹੋਇਆ। ਉਹ ਹੁਣ ਦਾਅਵੇ ਕਰਨੇ ਪੈਣਗੇ। ਉਸ ਸੇਲਸ ਤਾਂ ਅਨਆਥੋਰਾਈਜ਼ਡ ਹੋ ਗਈਆਂ, ਇਲੀਗਲ ਹੋ ਗਈਆਂ। ਜਿਨ੍ਹਾਂ ਨੇ ਵੇਚੀਆਂ ਨੇ ਉਹ ਐਗਜ਼ਿਸਟ ਨਹੀਂ ਸੀ ਕਰਦੇ। ਟੈਕਨੀਕਲੀ ਲੀਗਲੀ ਦੇ ਹੈਡ ਨੋ ਐਗਜ਼ਿਸਟੈਂਸ। ਤੇ ਉਹਨਾਂ ਨੂੰ ਦੇਖਾਂਗੇ ਕਿਵੇਂ ਰਿਕਵਰ ਕਰਨਾ। ਜਿਨ੍ਹਾਂ ਨੇ ਵੇਚੀਆਂ ਉਹਨਾਂ ਤੇ ਫਿਰ ਕ੍ਰਿਮੀਨਲ ਐਕਟ ਵੀ ਲੱਗਣਾ ਪਏਗਾ। ਕ੍ਰਿਮੀਨਲ ਐਕਟ ਤੇ ਬਣਦੇ ਆ ਉਹਨਾਂ ਤੇ, ਪਰ ਮੇਨ ਫਿਗਰ 2-3 ਦੀ ਡੈਥ ਹੋ ਗਈ ਆ। ਜਿਵੇਂ ਰਣਜੀਤ ਸਿੰਘ ਵਾਨੀਵਾਲ ਸੀ, ਉਹਦੀ ਡੈਥ ਹੋ ਗਈ। ਦਪਿੰਦਰ ਕੌਰ ਦੀ ਡੈਥ ਹੋ ਗਈ। 2 ਹੋਰ ਸੀ, ਲਾਲ ਸਿੰਘ ਸੀ, ਇੱਕ ਮੀਆਂ ਜੀ ਸੀ, ਕੀ ਉਹਦਾ ਨਾਂ ਸੀ, ਉਹਨਾਂ ਦੀ ਡੈਥ ਹੋ ਗਈ। ਤੇ ਉਹਨਾਂ ਦੇ ਜਿਹੜਾ ਵਿਲ ਫੋਰਜਰੀ ਦਾ ਗਵਾਹ ਹੈ ਉਹ ਜ਼ਿੰਦਾ ਹੈ, ਤੇ ਬਾਕੀ ਜਿਹੜੇ ਉਹਨਾਂ ਨਾਲ ਕਨਸਪੀਰੇਟਰ ਸੀ ਉਹ ਜ਼ਿੰਦਾ ਨੇ। ਉਹ ਅਸੀਂ ਸਟੱਡੀ ਕਰ ਰਹੇ ਹਾਂ ਵੀ ਇਹ ਕ੍ਰਿਮੀਨਲ ਐਕਟ ਦੇ ਜਿਹੜੇ ਉਹ ਪ੍ਰੈਪਰੇਟਰ ਸੀ ਉਹਨਾਂ ਤੇ ਕੀ ਕਾਰਵਾਈ ਕਰਨੀ ਆ, ਉਹ ਵੀ ਸਟੱਡੀ ਕਰ ਰਹੇ ਹਾਂ। ਸਰ ਹੁਣ 2 ਸਵਾਲ ਮੇਰੇ ਇਹ ਹੈਗੇ ਨੇ। ਪਹਿਲਾ ਸਵਾਲ ਮੇਰਾ ਇਹ ਹੈ ਕਿ ਉਹਨਾਂ ਦੀ ਪ੍ਰਾਪਰਟੀ ਕਿੰਨੀ ਸੀਗੀ, ਕਿੰਨੇ ਕਰੋੜ ਦੀ ਸੀ। ਦੂਸਰਾ ਸਵਾਲ ਹੈ ਕਿ ਸਿਰਫ ਫਰੀਦਕੋਟ ਦੇ ਵਿੱਚ ਹੀ ਉਹਨਾਂ ਦੀ ਪ੍ਰਾਪਰਟੀ ਸੀ ਜਾਂ ਫਿਰ ਅਲੱਗ-ਅਲੱਗ ਰਾਜਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਹੋਰ ਵੀ ਉਹਨਾਂ ਦੀ ਪ੍ਰਾਪਰਟੀ ਸੀ, ਤੇ ਸੀ ਤਾਂ ਕਿੱਥੇ ਸੀ? ਦੇਖੋ, ਜਦੋਂ ਤੱਕ ਕੀਮਤ ਦਾ ਸਵਾਲ ਫਲਕਚੁਏਟਿੰਗ ਹੈ, ਇਹਦੀ ਐਗਜ਼ੈਕਟ ਵੈਲਿਊ ਨਹੀਂ ਦੱਸੀ ਜਾ ਸਕਦੀ। ਇਟ ਕੈਨ ਬੀ ਐਨੀਥਿੰਗ ਫਰਮ 15,000 ਕਰੋੜ ਟੂ 20-25,000 ਕਰੋੜ। ਪ੍ਰੋਪਰਟੀ ਸਿਚੁਏਟਡ ਹਿਮਾਚਲ 'ਚ ਵੀ ਹੈ ਮਸ਼ੋਬਰੇ, ਦਿੱਲੀ 'ਚ ਵੀ ਹੈ, हैदराबाद च फ्लैट है, चंडीगढ़ च भी है, हरियाणे च भी है। तो जूलरी बॉम्बे बैंक च डिपॉजिट्स पे है, जूलरी के 2 बॉक्स। को FDs ने वो तो ग्रैंडले बैंक की प्रॉपर्टी है ना, जूलरी है। और दिल्ली च एक गन हाउस ही इन्होंने बेचता, एक इंडस्ट्रीयल प्लॉट है ओखले च, ਉਹ ਦੇਖਣਾ ਹੈ। ਇਸ ਤਰ੍ਹਾਂ ਬਾਕੀ ਕੋਈ ਪਲੇਨਸ ਸੀ, 2 ਪਲੇਨ ਇਹਨਾਂ ਵੇਚਤੇ, ਕੁਛ ਪਏ ਆ। ਕਾਰਾਂ ਨੇ 9-10 ਪਈਆਂ। ਹੋਰ ਵੈਲਿਊਏਬਲ ਪ੍ਰਾਪਰਟੀ ਹੈ। ਡਿਸਕਵਰ ਹੋਇਆ ਕਿ 1.5 ਕੁਇੰਟਲ ਸਿਲਵਰ ਪਈ, ਮਸ਼ੋਬਰੇ ਪਈ ਹੈ। ਤੇ ਹੋਰ ਜਿਹੜਾ ਆਰਟੀਫੈਕਟ ਸੀ, ਪਤਾ ਨਹੀਂ ਕੀ ਕੁਛ ਹੁਣ ਡਿਸਕਵਰ ਹੋਊਗਾ ਜਦ ਕਬਜ਼ੇ ਲਵਾਂਗੇ। ਕੀ ਕੁਛ ਵੇਚਤਾ, ਕੀ ਕੁਛ ਡਿਸਟਰੋਏ ਕਰਤਾ। ਮਸ਼ੋਬਰੇ 2 ਪੈਲੇਸ ਸੀਗੇ ਛੋਟੇ 2, ਉਹਨਾਂ ਨੂੰ ਅੱਗ ਲੱਗੀ ਦਿਖਾਤੀ, ਉਹਦੇ 'ਚੋਂ ਸਾਰਾ ਕੁਛ ਹੀ ਗਾਇਬ ਕਰਤਾ। ਕੀ ਹੋਇਆ ਕੀ ਨਹੀਂ, ਉਹ ਹੁਣ ਇਨਵੈਸਟੀਗੇਸ਼ਨ ਹੋਣਗੀਆਂ। ਆਖਰੀ ਸਵਾਲ ਮੇਰਾ ਕਿ ਹੁਣ ਅੱਗੇ ਤੁਸੀਂ ਲੀਗਲੀ ਕੀ ਕਰਨ ਜਾ ਰਹੇ ਹੋ, ਕਿਉਂਕਿ ਜਿਸ ਤਰੀਕੇ ਨਾਲ ਹੁਣ ਇਹ ਹੋਇਆ ਕਿ ਵਸੀਅਤ ਹੀ ਜਿਹੜੀ ਉਹ ਫਰਜ਼ੀ ਸੀਗੀ, ਤੇ ਅੱਗੇ ਤੁਸੀਂ ਕੀ ਕਰਨ ਜਾ ਰਹੇ ਸੀ? ਉਸ 'ਤੇ ਵੀ ਆਰ ਸਟੱਡਿੰਗ ਆਲ ਇਟਸ ਆਸਪੈਕਟਸ। ਫਾਈਨਲੀ ਕੀ ਕਰਨਾ ਉਹ ਇਸ ਵੇਲੇ ਡੈਫੀਨੇਟਲੀ ਨਹੀਂ ਕਿਹਾ ਜਾ ਸਕਦਾ। ਉਹ ਸਾਰਾ ਸਟੱਡੀ ਕਰਕੇ ਜੋ ਵਿਊਜ਼ ਬਣਨਗੇ ਕਿ ਇਸ ਨੂੰ ਕਿਵੇਂ ਅੱਗੇ ਪ੍ਰੋਸੀਡ ਕਰਨਾ ਕਰਾਂਗੇ। ਧੰਨਵਾਦ ਸਰ ਇਹ ਜਾਣਕਾਰੀ। ਤਾਂ ਇਹਨੇ ਐਡਵੋਕੇਟ ਸਾਹਿਬ ਜਿਹੜੇ ਕਿ ਸਿੱਧੇ ਤੌਰ ਤੇ ਦੱਸ ਰਹੇ ਨੇ ਕਿ ਪੂਰਾ ਮਸਲਾ ਕੀ ਸੀ, ਤੇ ਹੁਣ ਇਸ ਮਸਲੇ ਦਾ ਹੱਲ ਹੋ ਚੁੱਕਿਆ ਤੇ ਫੈਸਲਾ ਜੋ ਰਾਜਕੁਮਾਰੀ ਅੰਮ੍ਰਿਤ ਕੌਰ ਉਹਨਾਂ ਦੇ ਹੱਕ ਦੇ ਵਿੱਚ ਆ ਚੁੱਕਿਆ, ਤੇ ਹੁਣ ਅੱਗੇ ਦੀ ਲੀਗਲ ਕਾਰਵਾਈ ਕੀ ਹੁੰਦੀ ਹੈ ਉਹ ਦੇਖਣ ਵਾਲੀ ਗੱਲ ਹੋਏਗੀ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।